ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਸਾਨੂੰ ਦੱਸਣਗੇ ਕਿ ਭਾਰਤ ਦੇ ਵਿੱਚ ਜਿਹੜੀ ਰਾਜਨੀਤੀ ਆ ਉਸ ਦੇ ਵਿੱਚ ਕੀ ਚੱਲ ਰਿਹਾ ਆ, ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਉਹ ਕਿਸ ਤਰ੍ਹਾਂ ਦੇ ਆ, ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਪੰਜਾਬੀ ਰੇਡੀਓ ਜੀ ਵਾਸਤੇ ਨੂੰ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਵੀ ਸੁਣ ਸਕਦੇ ਆ ਜੀ। ਨੈੱਟ ਤੇ ਸੁਣ ਲਈ www.punjabiradio.usa.com। ਪੰਜਾਬੀ ਰੇਡੀਓ USA ਨੂੰ ਤੁਸੀਂ ਫੋਨ ਤੇ ਵੀ ਸੁਣ ਸਕਦੇ ਆ ਜੀ। ਅਮਰੀਕਾ ਦੇ ਵਿੱਚ ਫੋਨ ਨੰਬਰ 832 551 5029 605 475 6868 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਸੁਣ ਸਕਦੇ ਆ ਤੇ ਰੇਡੀਓ ਸੈੱਟ ਤੇ ਵੀ ਸੁਣ ਸਕਦੇ ਆ ਜੀ। ਨਾਲ ਧੰਨਵਾਦ ਕਰਦੇ ਆ ਜੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਦਲੀਪ ਸਿੰਘ ਤੇ ਅਵਤਾਰ ਸਿੰਘ ਮੰਜਲ ਪਾਵਲਰ ਤੋਂ, ਰਜਿੰਦਰ ਕੌਰ ਜੀ ਸੈਨੋਜੇ ਤੋਂ, ਰਣਜੀਤ ਸਿੰਘ ਲੇਕਪੁਰ ਤੋਂ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਨਿਊਯਾਰਕ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਿਸ ਤੋਂ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਸ ਪ੍ਰੋਗਰਾਮ ਨੂੰ ਇਹਨਾਂ ਨੇ ਸਪਾਂਸਰ ਕੀਤਾ। ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਕਿ ਕਾਫੀ ਟਾਈਮ ਤੋਂ ਵੋਟਾਂ ਦਾ ਰੌਲਾ ਗੋਲਾ ਚੱਲ ਰਿਹਾ ਸੀਗਾ ਮਹਾਰਾਸ਼ਟਰ ਦੇ ਵਿੱਚ ਤੇ ਹਰਿਆਣੇ ਦੇ ਵਿੱਚ, ਤੇ ਕਾਫੀ ਜਿਹੜਾ ਭਗਵਾਂ ਰੰਗ ਆ ਉਹ ਆਲੇ ਦੁਆਲੇ ਸਾਰੇ ਜਿਹੜਾ ਕਮਲ ਦਾ ਫੁੱਲ ਆ ਉਹ ਬਿਲਕੁਲ ਆਪਣੀ ਜਿਹੜੀ ਆ ਮਹਿਕ ਛੱਡ ਰਿਹਾ ਭਾਰਤ ਦੇ ਵਿੱਚ। ਬਿਲਕੁਲ ਜੀ, ਜਿਹੜਾ ਇਹ ਰੰਗ ਸੀਗਾ ਜੀ ਇਹ ਦਿਸਿਆ ਦੋਨਾਂ ਰਾਜਾਂ ਦੇ ਵਿੱਚ ਜੀ। ਮਹਾਰਾਸ਼ਟਰ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਜੀ ਉਹਦੇ ਰੂਪ ਦੇ ਵਿੱਚ ਉੱਭਰੀ ਆ, ਸਾਹਮਣੇ ਆਈ ਆ। 123 ਸੀਟਾਂ ਜਿਹੜੀਆਂ ਜੀ ਉਹਨੂੰ ਮਹਾਰਾਸ਼ਟਰ ਦੇ ਵਿੱਚ ਮਿਲ ਗਈਆਂ ਨੇ ਜੀ। ਹੁਣ ਉਹਦੇ ਦੋਵਾਂ ਹੱਥਾਂ ਦੇ ਵਿੱਚ ਲੱਡੂ ਆ ਜੀ ਮਹਾਰਾਸ਼ਟਰ ਦੇ ਵਿੱਚ। NCP ਕਹਿੰਦੀ ਆ ਅਸੀਂ ਬਾਹਰੋਂ ਉਹਦੀ ਸਪੋਰਟ ਜਿਹੜੀ ਆ ਜੀ ਉਹ ਕਰਨ ਦੇ ਵਾਸਤੇ ਤਿਆਰ ਹੈ ਜੀ। NCP ਕਿਉਂਕਿ 145 ਸੀਟਾਂ ਚਾਹੀਦੀਆਂ ਨੇ ਜੀ, ਇੱਥੇ ਤੱਕ ਬੇਸ਼ੱਕ ਨਹੀਂ ਪਹੁੰਚ ਸਕੀ ਪਰ ਥੋੜ੍ਹੀਆਂ ਸੀਟਾਂ ਘੱਟ ਨੇ। ਸ਼ਿਵ ਸੈਨਾ ਨੂੰ 63 ਸੀਟਾਂ ਮਿਲੀਆਂ ਨੇ, NCP ਨੂੰ 41 ਸੀਟਾਂ ਜਿਹੜੀਆਂ ਉਹ ਮਿਲੀਆਂ ਨੇ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਮਹਾਰਾਸ਼ਟਰ ਦੇ ਵਿੱਚ ਕਿਹਦੀ ਹਮਾਇਤ ਜਿਹੜੀ ਲੈਂਦੀ ਆ। ਇਸ ਤੋਂ ਇਲਾਵਾ ਜਿਹੜੀਆਂ ਛੋਟੀਆਂ ਮੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਨਾਲ ਜਿਹੜਾ ਜੀ ਉਹ ਜੋੜ ਸਕਦੀ ਹੈ ਭਾਰਤੀ ਜਨਤਾ ਪਾਰਟੀ, ਤੇ NCP ਦੀ ਬਾਹਰੋਂ ਹਮਾਇਤ ਲੈ ਸਕਦੀ ਹੈ। ਲੱਗਦਾ ਹੈ ਕਿ ਸ਼ਿਵ ਸੈਨਾ ਨੂੰ ਉਹ ਅੰਗੂਠਾ ਜਿਹੜਾ ਜੀ ਉਹ ਦਿਖਾਊਗੀ ਅਜੇ ਵੀ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ ਨਾ ਜੀ ਉਹਨਾਂ ਨੂੰ ਸਾਈਡਲਾਈਨ ਕਰਨ ਦੇ ਵਾਸਤੇ, ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇੱਕ ਵੱਡੀ ਮੁਹਿੰਮ ਜਿਹੜੀ ਹੈ ਜੀ ਉਹ ਚਲਾ ਰਹੀ ਹੈ। ਜਿੱਥੋਂ ਤੱਕ ਹਰਿਆਣੇ ਦੀ ਗੱਲ ਹੈ, ਹਰਿਆਣੇ ਦੇ ਵਿੱਚ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਨੇ ਗੱਠਜੋੜ ਕਿਸੇ ਦੇ ਨਾਲ ਨਾ ਕਰਕੇ ਇੰਡੀਪੈਂਡੈਂਟ ਤੌਰ ਦੇ ਉੱਤੇ ਚੋਣ ਜਿਹੜੀ ਸੀ ਉਹ ਲੜੀ ਔਰ ਇਹਦੇ ਵਿੱਚ ਸਫਲਤਾ ਵੀ ਉਹਨੇ ਹਾਸਲ ਕੀਤੀ। ਹਰਿਆਣੇ ਦੇ ਵਿੱਚ 47 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਸਪਸ਼ਟ ਬਹੁਮਤ ਜਿਹੜਾ ਜੀ ਇੱਥੇ ਲੈ ਗਈ। ਇਨੈਲੋ ਜਿਹੜੇ ਕਹਿੰਦੇ ਸੀ ਅਸੀਂ ਜੇਲ੍ਹ ਚੋਂ ਸਹੁੰ ਚੁੱਕਣੀ ਆ ਜੀ, 19 ਸੀਟਾਂ ਮਿਲੀਆਂ ਉਹਨਾਂ ਨੂੰ। ਕਾਂਗਰਸ ਨੂੰ 15 ਮਿਲੀਆਂ, ਬਹੁਜਨ ਸਮਾਜ ਪਾਰਟੀ ਨੂੰ 1 ਮਿਲੀ, ਹਰਿਆਣਾ ਜਨਹਿਤ ਕਾਂਗਰਸ ਨੂੰ 2 ਤੇ ਅਕਾਲੀ ਦਲ ਜਿਹੜਾ ਜੀ ਉਹਨੂੰ 1 ਸੀਟ ਮਿਲੀ। 5 ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਜਿੱਤੇ ਨੇ ਜੀ ਇੱਥੇ। ਸੋ ਹੁਣ ਇੱਥੇ ਤਾਂ ਜਿਹੜਾ ਜੀ ਇਸ ਵੇਲੇ ਮੁੱਖ ਮੰਤਰੀ ਦੇ ਅਹੁਦੇ ਦੀਆਂ ਜਿਹੜੀਆਂ ਉਹ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਇਸ ਵੇਲੇ ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਜਿਹੜੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਦੇ ਵਿੱਚ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਜਾਪ ਰਹੇ ਨੇ। ਹਰਿਆਣੇ ਦੇ ਵਿੱਚ ਕੋਈ ਜਾਟ ਨੇਤਾ ਜਿਹੜਾ ਜੀ ਉਹ ਸ਼ਾਇਦ ਮੁੱਖ ਮੰਤਰੀ ਨਹੀਂ ਹੋਊਗਾ। ਸੋ ਇਹ ਇੱਕ ਨਵਾਂ ਤਜਰਬਾ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਇੱਥੇ ਕਰੂਗੀ। ਭਗਵਾਂ ਰੰਗ ਜਿਹੜਾ ਜੀ ਉਹ ਖਿੜਿਆ ਇਹਦੇ ਨਾਲ। ਨਰਿੰਦਰ ਮੋਦੀ ਜਿਹੜਾ ਜੀ ਉਹ ਉਹਦੀ ਜਿਹੜੀ ਕਾਬਲੀਅਤ ਜਾਂ ਜਿਹੜਾ ਉਹਦੇ ਨਾਲ ਅਮਿਤ ਸ਼ਾਹ ਦੀ ਉਹਦੇ ਵੱਲੋਂ ਸਟ੍ਰੈਟਜੀ ਬਣਾ ਕੇ ਜਿਹੜਾ ਜੀ ਉਹ ਚੱਲਣਾ ਇੱਕ ਵਾਰੀ ਫੇਰ ਜਿਹੜਾ ਜੀ ਇਹ ਵਰਕ ਕੀਤਾ। ਮੈਂ ਅੱਗੇ ਵੀ ਇਸ਼ਾਰਾ ਇੱਕ ਦਿਨ ਕੀਤਾ ਸੀਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਹੁਣ ਜਿਹੜੇ 5 ਸਾਲ ਉਹਨੂੰ ਮਿਲੇ ਨੇ ਸੈਂਟਰ ਦੇ ਵਿੱਚ ਰਾਜ ਕਰਨ ਦੇ ਵਾਸਤੇ, ਉਹ ਇਹਦਾ ਬਹੁਤਾ ਫਿਕਰ ਨਹੀਂ ਕਰ ਰਹੀ। ਉਹ ਇਹ ਤੋਂ ਅਗਲੇ 5 ਸਾਲਾਂ ਦਾ ਜਿਹੜਾ ਜੀ ਉਹ ਸੋਚ ਰਹੀ ਹੈ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਖੁੱਡੇ ਲਾਈਨ ਲਾ ਕੇ ਕਿਵੇਂ ਉਹਨਾਂ ਨੇ ਜਿਹੜਾ ਜੀ ਅੱਗੇ ਇਕਲਾ ਚੱਲੋ ਦੀ ਨੀਤੀ ਦੇ ਉੱਤੇ ਚੱਲਣਾ। ਅਗਲਾ ਜਿਹੜਾ ਧਾਵਾ ਜੀ ਉਹ ਪੰਜਾਬ ਤੇ ਬੋਲਿਆ ਜਾ ਸਕਦਾ। ਬਿਲਕੁਲ ਜੀ, ਧਾਵਾ ਪੰਜਾਬ ਦੇ ਨਾਲ ਲੱਗਦੀ। ਆਪਾਂ ਇੱਕ ਗੱਲ ਹੋਰ ਕਰ ਲਈਏ ਕਿ ਬੀਜੇਪੀ ਦੇ ਜਿਹੜੇ ਆਗੂ ਆ ਉਹਨਾਂ ਦੀਆਂ ਸੁਰਾਂ ਵੀ ਅਕਾਲੀਆਂ ਦੇ ਖਿਲਾਫ ਆ ਜਿਹੜੀਆਂ ਥੋੜੀਆਂ ਤਿੱਖੀਆਂ ਹੋ ਗਈਆਂ ਜੀ, ਕਾਫੀ ਤਿੱਖੀਆਂ ਹੋ ਗਈਆਂ। ਇਹ ਹੋਣ ਦੇ ਆਸਾਰ ਹੀ ਸੀਗੇ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਰਾਜਨੀਤੀ ਹੈ ਨਾ ਜੀ ਉਹ ਇੱਕ ਡਿਫਰੈਂਟ ਸਟਾਈਲ ਦੀ ਪਹਿਲਾਂ ਰਹੀ ਹੈ।
ਜੇ ਪੰਜਾਬ ਦੇ ਵਿੱਚ ਮਾੜੇ ਦਿਨ ਆਏ ਤੇ ਆਪਣਾ ਟੱਬਰ ਜਿਹੜਾ ਜੀ ਬਚਾ ਲਓ, ਲੋਕਾਂ ਦੇ ਟੱਬਰ ਮਰਵਾ ਦਿਓ। ਜੇ ਪੰਜਾਬ ਦਾ ਰਾਜ ਭਾਗ ਮਿਲਿਆ, ਪੰਜਾਬ ਉਜਾੜ ਦਿਓ, ਆਪਣੇ ਬਿਜ਼ਨਸ ਜਿੰਨੇ ਮਰਜ਼ੀ ਕਰ ਲਓ ਜੀ। ਡਿਫੈਂਸਿਵ ਹੋਣਾ ਪੈ ਗਿਆ ਨਾ ਜੀ, ਉਹ ਡਿਫੈਂਸ ਕਰਨੀ ਆ ਨਹੀਂ ਰਹੀ ਉਹਨਾਂ ਨੂੰ ਕਿ ਕਿਹੜੇ ਤਰੀਕੇ ਨਾਲ ਕਰਨੀ ਹੁੰਦੀ ਹੈ। ਸਿਆਣੇ ਕਹਿੰਦੇ ਨੇ ਜਿਹੜਾ ਬਹੁਤ ਸਿਆਣਾ ਅਖਵਾਉਣ ਵਾਲਾ ਬੰਦਾ ਨਾ ਜੀ, ਉਹ ਵੀ ਕੋਈ ਨਾ ਕੋਈ ਗਲਤੀ ਇਹੋ ਜਿਹੀ ਕਰ ਦਿੰਦਾ ਕਿ ਉਹਦੀਆਂ ਸਾਰੀਆਂ ਜਿਹੜੀਆਂ ਜੋੜ ਤੋੜ ਦੀਆਂ ਗਿਣਤੀਆਂ ਮਿਣਤੀਆਂ ਹੁੰਦੀਆਂ ਨੇ ਉਹਨੂੰ ਲੈ ਕੇ ਬਹਿ ਜਾਂਦੀਆਂ ਨੇ। ਕੁਛ ਗਲਤੀਆਂ ਜਿਹੜੀਆਂ ਜੀ ਅਕਾਲੀ ਦਲ ਨੇ ਇਹੋ ਜਿਹੀਆਂ ਕੀਤੀਆਂ ਕਿ ਇਸ ਵੇਲੇ ਹੁਣ ਜਿਹੜਾ ਜੀ ਹਾਲਾਤ ਵੇਖਣ ਵਾਲੇ ਸੀਗੇ। ਸਨ ਐਂਡ ਡੈਡ ਦੇ ਕੱਲ੍ਹ ਕਰਤਾਰਪੁਰ ਦੇ ਵਿੱਚ ਇੱਕ ਸਮਾਗਮ ਹੋਇਆ, ਦੋਵਾਂ ਦੇ ਚਿਹਰੇ ਜਿਹੜੇ ਨੇ ਉਹ ਉਤਰੇ ਹੋਏ ਤੇ ਜਿਹੜੇ ਬੀਜੇਪੀ ਵਾਲੇ ਨੇ ਉਹਨਾਂ ਦੇ ਚਿਹਰੇ ਪੂਰੇ ਖਿੜੇ ਹੋਏ ਸੀ ਜੀ। ਲੱਗਦਾ ਹੀ ਨਹੀਂ ਸੀਗਾ ਕਿ ਇੱਥੇ ਉਹ ਪੁਰਾਣੇ ਰੌਂ ਦੇ ਵਿੱਚ ਦੋਨੋਂ ਸਨ ਐਂਡ ਡੈਡ ਜਿਹੜੇ ਉਹ ਦਿਸੇ ਹੋਣ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਜੀ ਉਹਨਾਂ ਦੀਆਂ ਸੁਰਾਂ ਤਿੱਖੀਆਂ ਹੋ ਗਈਆਂ। ਉਹਨਾਂ ਨੇ ਅਕਾਲੀ ਦਲ ਵੱਲ ਸਿੱਧਾ ਜਿਹੜਾ ਜੀ ਨਿਸ਼ਾਨਾ ਸਾਧਦਿਆਂ ਹੋਇਆ ਹਰਿਆਣੇ ਦੇ ਵਿੱਚ ਚਟਾਲਿਆਂ ਦੀ ਮਦਦ ਨੂੰ ਲੈ ਕੇ ਇਸ ਵੇਲੇ ਫਿਕਰੇਬਾਜ਼ੀ ਜਿਹੜੀ ਹੈ ਜੀ ਉਹ ਤੇਜ਼ ਕਰ ਦਿੱਤੀ ਹੈ। ਇਹਨਾਂ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਤੇ ਸਾਬਕਾ ਭਾਜਪਾ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਤੋਂ ਰਿਆਇਤਾਂ ਜਿਹੜੀਆਂ ਜੀ ਉਹ ਅਕਾਲੀ ਦਲ ਵਾਲੇ ਹਾਸਲ ਕਰਦੇ ਰਹੇ। ਸਾਨੂੰ ਛੋਟਾ ਭਰਾ ਹੀ ਦੱਸਦੇ ਰਹੇ ਪੰਜਾਬ ਦੇ ਵਿੱਚ ਤੇ ਸਾਡੇ ਪਿੱਠਾਂ ਦੇ ਉੱਤੇ ਡਾਂਡੇ ਵੀ ਬਣਾਉਂਦੇ ਰਹੇ। ਉਹਨਾਂ ਨੂੰ ਸ਼ਾਇਦ ਇਹ ਭੁੱਲ ਨਹੀਂ ਰਿਹਾ ਕਿ ਵਾਹਨਾਂ 'ਚ ਭਜਾ ਕੇ ਨਿਗਮ ਦੀਆਂ ਚੋਣਾਂ ਦੇ ਦੌਰਾਨ ਕਿਵੇਂ ਅਕਾਲੀ ਦਲ ਨੇ ਬੀਜੇਪੀ ਵਾਲਿਆਂ ਨੂੰ ਕੁੱਟਿਆ। ਜਿੱਥੇ ਜਿੱਥੇ ਬੀਜੇਪੀ ਵਾਲੇ ਖੜੋਂਦੇ ਸੀ ਉੱਥੋਂ ਆਜ਼ਾਦ ਉਮੀਦਵਾਰ ਜਿਹੜੇ ਆ ਬਾਗੀ ਕਰਕੇ ਅਕਾਲੀ ਦਲ ਦੇ ਖੜੇ ਕਰਕੇ ਬੀਜੇਪੀ ਨੂੰ ਖੁੱਡੇ ਲਾਈਨ ਲਾ ਦਿੱਤਾ ਉਹਨਾਂ ਨੇ ਪੰਜਾਬ ਦੇ ਵਿੱਚ। ਹੁਣ ਜਿਹੜੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਬੀਜੇਪੀ ਵਾਲੇ ਜਿਹੜੇ ਨੇ ਉਹ ਕਿਉਂਕਿ ਪਾਰਟੀ ਜਿਨ੍ਹਾਂ ਦੀ ਹੈ ਜੀ ਉਹ ਤਾਂ ਇੱਕ ਉਹ ਭਾਦੋਂ ਇੱਕ ਉਹ ਦੂਜਾ ਭਾਦੋਂ ਇੱਕ ਲਿਖ ਕੇ ਦੋ ਦੇ ਵਿਆਜ ਲੈਣ ਵਾਲੇ ਨੇ ਜੀ। ਹੁਣ ਵਿਆਜ ਦੇ ਸਮੇਤ ਜਿਹੜਾ ਵਸੂਲ ਕਰਨ ਦੇ ਵਾਸਤੇ ਤਿਆਰ ਨੇ। ਬੇਸ਼ੱਕ ਅਜੇ ਜਿਹੜੇ 24 ਘੰਟਿਆਂ ਦੇ ਵਿੱਚ ਨਤੀਜੇ ਆਉਣ ਤੋਂ ਬਾਅਦ ਸਿੱਧੇ ਨਾਵਾਂ ਦੇ ਰੂਪ ਦੇ ਵਿੱਚ ਨਹੀਂ ਆਏ, ਪਰ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਬਿਆਨ ਆ ਗਿਆ ਨਾ ਜੀ ਉਹ ਬਹੁਤਾ ਕੁਝ ਜਿਹੜਾ ਜੀ ਇਸ਼ਾਰਾ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਬਣਨਾ। ਨਵਜੋਤ ਸਿੰਘ ਸਿੱਧੂ ਕਹਿੰਦਾ ਪੱਲੇ ਤੇਲ ਨਾ ਕੜਾਈ ਬਣਨ ਚੱਲੇ ਸੀ ਹਲਵਾਈ। ਅਕਾਲੀ ਦਲ ਦੇ ਉੱਤੇ ਜਿਵੇਂ ਉਹਨੇ ਨਿਸ਼ਾਨਾ ਸਾਧਿਆ ਜੀ। ਸੋ ਮੇਰਾ ਖਿਆਲ ਇਹ ਆਉਣ ਵਾਲੇ ਦਿਨਾਂ ਦੀ ਨਵੀਂ ਜਿਹੜੀ ਸਿਆਸੀ ਸਫਬੰਦੀ ਹੋਣੀ ਪੰਜਾਬ ਦੇ ਵਿੱਚ ਉਹਦੇ ਵੱਲ ਨੂੰ ਸਿੱਧਾ ਇਸ਼ਾਰਾ ਜੀ। ਜੀ ਬਿਲਕੁਲ, ਉਹਨੂੰ ਵੀ ਜਿਹੜਾ ਹੁਣ ਟਾਈਮ ਮਿਲਿਆ। ਅਤੇ ਜੀ ਇੱਕ ਜਿਹੜਾ ਇਸ ਤਰ੍ਹਾਂ ਲੱਗਦਾ ਕੁਐਸਚਨ ਕਿ ਜਿਹੜੀ ਠਾਠੂ ਹੁੰਦੀ ਆ ਆਪਣੇ ਬਾਰਡਰ ਦੇ ਉੱਤੇ ਕਿਤੇ ਉਹਦਾ ਅਸਰ ਹੀ ਤਾਂ ਨਹੀਂ ਗਾ ਇਹ ਜਿਹੜੇ ਜਿੱਤਦੇ ਜਾ ਰਹੇ ਆ। ਹੋ ਸਕਦਾ ਜੀ, ਦੇਖੋ ਅਸਰ ਤਾਂ ਜਿਹੜੇ ਸਾਰੇ ਦੇ ਸਾਰੇ ਫੈਕਟਰ ਜਿਹੜੇ ਨੇ ਉਹਨਾਂ ਨੇ ਕੀਤਾ ਜੀ। ਕਿਉਂਕਿ ਬੀਜੇਪੀ ਦੀ ਜਿਹੜੀ ਮੈਜੋਰਿਟੀ ਦੇ ਵਿੱਚ ਸਰਕਾਰ ਆ ਸੈਂਟਰ ਵਾਲੀ, ਕਿਤੇ ਤਾਂ ਜਿਹੜੇ ਸੂਬੇ ਦੇ ਲੋਕ ਇਹ ਵੀ ਸੋਚਦੇ ਹੋਣਗੇ ਨਾ ਕਿ ਜੇ ਇੱਥੇ ਚੁਟਾਲਿਆਂ ਦੀ ਸਰਕਾਰ ਆ ਜਾਂਦੀ ਹਰਿਆਣੇ ਦੇ ਵਿੱਚ ਤਾਂ ਫਿਰ ਕੱਖ ਨਹੀਂ ਸੀਗਾ, ਉਹਨਾਂ ਨੇ ਤਾਂ ਇੱਟ ਖੜਕਾ ਲਈ ਰੱਖਣਾ ਸੀਗਾ। ਇਸ ਕਰਕੇ ਲੋਕਾਂ ਨੇ ਇਸ ਪੱਖੋਂ ਸੋਚਿਆ ਕਿ ਚੁਟਾਲਿਆਂ ਦਾ ਰਾਜ ਤੋਂ ਦੇਖੋ ਕੋਈ ਮੰਨੇ ਜਾਂ ਨਾ ਮੰਨੇ, ਅੱਜ ਵੀ ਚੁਟਾਲਿਆਂ ਦੇ ਰਾਜ ਦੇ ਜਿਹੜੇ ਜ਼ਖਮ ਨੇ ਨਾ ਲੋਕਾਂ ਦੇ ਪਿੰਡਿਆਂ ਤੇ ਹਰੇ ਨੇ ਤੇ ਕਿਵੇਂ ਡਿਸਟ੍ਰਿਕਟ ਜਿਹੜੇ ਸੀ ਉਹ ਵੰਡ ਕੇ ਲੁੱਟਿਆ ਗਿਆ ਲੋਕਾਂ ਨੂੰ। ਇਸ ਕਰਕੇ ਉਹਨਾਂ ਨੇ ਉਹਨੂੰ ਦੁਬਾਰਾ ਜਿਹੜਾ ਜੀ ਨਹੀਂ ਦਿੱਤਾ ਔਰ ਇੱਕ ਕਿਸਮ ਦੇ ਨਾਲ ਇਹ ਚੁਟਾਲਿਆਂ ਦੀ ਘਰ ਵਾਪਸੀ ਹੋ ਗਈ। ਘਰ ਵਾਪਸੀ ਇਨ ਦਾ ਸੈਂਸ ਕਿ ਉਹ ਘਰੇ ਹੀ ਬੈਠਣਗੇ। ਹੁਣ ਦੁਬਾਰਾ ਜਿਹੜੀ ਹੈ ਜੀ ਇਨੈਲੋ ਉੱਠ ਸਕੂਗੀ ਹਰਿਆਣੇ ਦੇ ਵਿੱਚ। ਇਹ ਸਵਾਲੀਆ ਚਿੰਨ੍ਹ ਜਿਹੜਾ ਖੜਾ ਹੋ ਗਿਆ ਉਹਦੇ ਹੀ ਪਾਏ ਹੋਏ ਪੂਰਨਿਆਂ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਚੱਲ ਰਿਹਾ। ਇਹ ਫੈਕਟਰ ਜਿਹੜਾ ਵਰਕ ਕਿਤੇ ਨਾ ਕਿਤੇ ਗੁੰਡਾਗਰਦੀ ਵਾਲਾ ਜਿਹੜਾ ਨਾ ਜੀ ਉਹ ਕੀਤਾ। ਹਾਲਾਂਕਿ ਜਿਹੜਾ ਭਗਵਾ ਆ ਉਹਦਾ ਉਹਨੂੰ ਜਿਹੜੀ ਜੀ ਸੂਬਿਆਂ ਦੇ ਵਿੱਚ ਉਹਦਾ ਇਸ ਤਰੀਕੇ ਨਾਲ ਅੱਗੇ ਆ ਜਾਣਾ ਇਹ ਖਤਰੇ ਤੋਂ ਖਾਲੀ ਨਹੀਂ ਹੈ। ਲੌਂਗ ਟਰਮ ਦੇ ਉੱਤੇ ਇਹਦੇ ਪ੍ਰਭਾਵ ਜਿਹੜੇ ਨੇ ਉਹ ਵੇਖਣ ਨੂੰ ਤੁਹਾਨੂੰ ਜਿਹੜੇ ਉਹ ਮਿਲਣਗੇ। ਜਿਹੜੇ ਤਰੀਕੇ ਦੇ ਨਾਲ ਭਾਜਪਾ ਅੰਦਰ ਖਾਤੇ ਹਰ ਚੀਜ਼ ਦੀ ਜਿਹੜੀ ਤਿਆਰੀ ਕਰ ਰਹੀ ਹੈ ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਹਾਂ, ਇੱਕ ਚੀਜ਼ ਜ਼ਰੂਰ ਆ ਜੀ, ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਦੇ ਇਹਨਾਂ ਸੂਬਿਆਂ ਦੇ ਲੋਕ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਇਹ ਆਈ ਹੈ ਜੀ ਕਿ ਇੱਕ ਤਾਂ ਜਿਹੜੀ ਪਿਤਾ ਪੁਰਖੀ ਆਉਂਦੀ ਸੀ ਨਾ ਜੀ ਸਿਆਸਤ, ਉਹਦੇ ਤੋਂ ਉਹਨਾਂ ਦਾ ਖਹਿੜਾ ਛੁੱਟਿਆ ਹੋਇਆ ਪ੍ਰਤੀਤ ਹੁੰਦਾ ਥੋੜਾ ਜਿਹਾ। ਉਹ ਮਹਿਸੂਸ ਕਰਦੇ ਨੇ ਕਿ ਨਰਿੰਦਰ ਮੋਦੀ ਜਿਹੜਾ ਜੀ ਉਹ ਆਮ ਪਰਿਵਾਰ ਦੇ ਵਿੱਚੋਂ ਆਇਆ, ਉਹਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਮ ਵਰਗੀਆਂ ਨੇ। ਉਹਦਾ ਰੀਜ਼ਨ ਹੈ ਕਿ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ ਕਰੋੜਾਂ ਰੁਪਏ ਜਿਹੜੇ ਖਰਚੇ ਨੇ ਉਹ ਚੀਜ਼ਾਂ ਵਰਕ ਕਰ ਰਹੀਆਂ ਨੇ। ਜਿਹੜੀ ਤੁਸੀਂ ਠਾਠੂ ਦੀ ਗੱਲ ਪੁੱਛੀ ਹੈ, ਬਿਲਕੁਲ ਇਹ ਫੈਕਟਰ ਵਰਕ ਕੀਤਾ ਜੀ ਕਿਤੇ ਨਾ ਕਿਤੇ 100% ਕੀਤਾ ਜੀ। ਕਿਉਂਕਿ ਇਹ ਵੀ ਇੱਕ ਪੋਲਿਟਿਕਸ ਹੀ ਹੁੰਦੀ ਆ, ਠਾਠਾ ਕਰਨਾ ਨਹੀਂ ਤਾਂ ਲੜਾਈ ਛੇੜਨੀ ਆ ਤਾਂ ਉਹ ਤਾਂ ਕਰਦੀ ਛੱਡ ਜਾਣੀ ਸੀ। ਅੱਗੇ ਗੱਲ ਕਰਦੇ ਆ ਸਿਰਸੇ ਵਾਲੇ ਦੀ ਵੀ ਕਹਿੰਦੇ ਫੂਕ ਨਿਕਲ ਗਈ ਆ ਕਿਉਂਕਿ ਉਹ ਵੀ ਬੜੀਆਂ ਗੱਪਾਂ ਮਾਰਦਾ ਸੀਗਾ। ਸਿਰਸੇ ਵਾਲੇ ਦੀ ਜਿਹੜੀ ਫੂਕ ਆ ਜੀ ਉਹ ਬੜੇ ਅਜੀਬੋ ਗਰੀਬ ਤਰੀਕੇ ਦੇ ਨਾਲ ਨਿਕਲੀ ਆ। ਉਹਨੇ ਜਿਵੇਂ ਟਵੀਟ ਵੀ ਕੀਤਾ ਸੀਗਾ, ਉਹ ਤਾਂ ਇਸ ਵੇਲੇ ਕਹਿੰਦੇ ਜੀ ਉੱਪਰ ਵੀ ਟਵੀਟ ਕਰਨ ਦਾ ਜਿੱਥੋਂ ਕਿਤੇ ਤੂਫਾਨ ਆਉਂਦੇ ਆ ਵੀ 6:38 ਤੇ ਕਹਿੰਦੇ ਟਵੀਟ ਕੀਤਾ ਤੇ 6:40 ਤੇ ਹੁਦ ਜਿਹੜਾ ਉਹ ਖਤਮ ਹੋ ਗਿਆ।
ਸੋ ਜਿਹੜਾ ਉਹਦਾ ਇਹ ਟਵੀਟ ਵੀ ਉਹਨੇ ਕੀਤਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੀ ਓਪਨਲੀ ਸਪੋਰਟ ਜਿਹੜੀ ਹੈ ਜੀ ਉਹ ਕਰਦੇ ਹੋ, ਜਿਹੜੇ ਉਹਦੇ ਆਪਣੇ ਅਖਬਾਰ ਛਪਦੇ ਨੇ ਡੇਰੇ ਚੋਂ, ਉਹਦੇ ਵਿੱਚ ਵੀ ਜਿਹੜਾ ਇਹ ਕੀਤਾ ਸੀਗਾ ਗੱਲ। ਦੇਖੋ ਇੱਕ ਪਾਸੇ ਤਾਂ ਬੀਜੇਪੀ ਦੀ ਸਰਕਾਰ ਆ ਗਈ, ਉਹ ਇਹ ਦਾਅਵਾ ਕਰਦਾ ਕਿ ਹਰਿਆਣੇ ਦੇ ਵਿੱਚ ਤਾਂ 27% ਵੋਟਾਂ ਉਹਦੀਆਂ ਨੇ, ਜਿੰਨੇ ਉਹ ਇਹ ਦਾਅਵਾ ਕਰਦਾ ਕਿ ਉਹਦੇ ਚੇਲੇ ਚਪੜੇ ਨੇ ਇੱਥੇ। ਦੂਜਾ ਇਹਦਾ ਜਿਹੜਾ ਪੱਖ ਹੈ ਕਿ ਸਿਰਸੇ ਦੀਆਂ 5 ਸੀਟਾਂ ਜਿਹੜੀਆਂ ਨੇ ਉਹ 5 ਦੀਆਂ 5 ਬੀਜੇਪੀ ਹਾਰ ਗਈ। ਇੱਥੋਂ ਜਿਹੜਾ ਜੀ ਇਨੈਲੋ ਜਿਹੜੀ ਆ ਉਹ ਜੇਤੂ ਰਹੀ ਹੈ ਜੀ। ਪਿਛਲੀ ਵਾਰ ਇਨੈਲੋ ਨੇ ਸਿਰਸਾ ਜ਼ਿਲ੍ਹੇ ਦੀਆਂ 5 ਸੀਟਾਂ ਵਿੱਚੋਂ 4 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ, ਉਹਦੀ ਇੱਕ ਸੀਟ ਜਿਹੜੀ ਜੀ ਉਹ ਵੱਧ ਗਈ। ਸਿਰਸਾ ਵਿਧਾਨ ਸਭਾ ਹਲਕੇ ਤੋਂ ਜਿਹੜਾ ਜੀ ਇਨੈਲੋ ਦਾ ਉਮੀਦਵਾਰ ਮੱਖਣ ਲਾਲ ਸਿੰਗਲਾ ਜਿਹੜਾ ਜੀ ਉਹ ਜਿੱਤ ਗਿਆ। ਗੋਪਾਲ ਕਾਂਡਾ ਇੱਥੋਂ ਬਹੁਤ ਬੁਰੇ ਤਰੀਕੇ ਦੇ ਨਾਲ ਹਾਰਿਆ ਜੀ। ਔਰ ਇਹਦੇ ਨਾਲ ਸੁਨੀਤਾ ਸੇਤੀਆ ਜਿਹੜੀ ਆ ਜੀ ਕਾਂਗਰਸ ਦਾ ਨਵੀਨ ਕੇਡੀਆ, ਉਹ ਵੀ ਹਾਰਿਆ ਜੀ। ਰਾਜਾ ਵਿਧਾਨ ਸਭਾ ਹਲਕੇ ਦੇ ਵਿੱਚ ਇਨੈਲੋ ਦਾ ਉਮੀਦਵਾਰ ਚੰਦਰ ਕੰਬੋਜ ਜਿਹੜਾ ਜੀ ਜਿੱਤ ਗਿਆ। ਇਲਨਾਬਾਦ ਦੇ ਵਿੱਚ ਹਰਿਆਣਾ ਵਿਧਾਨ ਸਭਾ ਦੇ ਵਿੱਚੋਂ ਦੀ ਇਨੈਲੋ ਪਾਰਟੀ ਦਾ ਉਮੀਦਵਾਰ ਜਿਹੜਾ ਜੀ ਇੱਥੋਂ ਜਿੱਤਿਆ ਅਭੈ ਸਿੰਘ ਚਟਾਲਾ ਜਿਹੜਾ। ਔਰ ਇਹਦੇ ਨਾਲ ਡੱਬ ਵਾਲੀ ਜਿਹੜਾ ਜੀ ਇੱਥੋਂ ਵੀ ਇੰਡੀਅਨ ਨੈਸ਼ਨਲ ਲੋਕ ਦਲ ਨੇ ਉਹਦਾ ਜਿਹੜਾ ਜੀ ਉਹਨੇ ਇਹਦੇ ਤੇ ਕਬਜ਼ਾ ਆਪਣਾ ਬਰਕਰਾਰ ਰੱਖਿਆ। ਅਜੇ ਸਿੰਘ ਚਟਾਲਾ ਜਿਹੜਾ ਜੀ ਉਹਦੀ ਘਰ ਵਾਲੀ ਜਿਹੜੀ ਆ ਜੀ ਉਹ ਇੱਥੋਂ ਜੇਤੂ ਰਹੀ ਹੈ ਜੀ ਇਸ ਹਲਕੇ ਤੋਂ, ਡੱਬ ਵਾਲੀ ਤੋਂ। ਸੋ ਜਿਹੜਾ ਇੱਕ ਸੀਗਾ ਨਾ ਕਿ ਇਹਨੇ ਸਰਸੇ ਵਾਲੇ ਨੇ ਪਤਾ ਨਹੀਂ ਕਿੰਨਾ ਚੇਂਜ ਕਰ ਦੇਣਾ ਜੀ, ਉਹ ਹਰਿਆਣੇ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਉਹਨੂੰ ਉਹ ਬਾਅਦ ਵਾਲੀ ਗੱਲ ਹੈ, ਪਰ ਸਰਸੇ ਦੇ ਵਿੱਚੋਂ ਜਿਹੜੀਆਂ 5 ਸੀਟਾਂ ਹਾਰ ਜਾਣੀਆਂ ਇਹ ਇੱਕ ਸਵਾਲੀਆ ਚਿੰਨ੍ਹ ਜ਼ਰੂਰ ਹੋ ਗਿਆ ਜੀ। ਬਿਲਕੁਲ ਜੀ, ਨਹੀਂ ਤਾਂ ਹਰੇਕ ਵਾਰੀ ਹਰ ਇੱਕ ਨੂੰ ਪੈਰੀ ਪਾਉਂਦਾ ਰਹਿੰਦਾ ਸੀ ਕਿ ਮੇਰੀਆਂ ਵੋਟਾਂ ਆ ਉਹ ਬਹੁਤ ਜ਼ਿਆਦਾ ਆ, ਜਿੱਧਰ ਮੈਂ ਵੋਟ ਪਾਊਂਗਾ ਉਹੀ ਜਿੱਤੂਗਾ। ਤੇ ਅੱਗੇ ਗੱਲ ਕਰਦੇ ਜੀ, ਜਾਟਲੈਂਡ ਦੇ ਵਿੱਚੋਂ ਕਿੰਨੇ ਕੁ ਪੰਜਾਬੀ ਜਿੱਤੇ ਆ? ਜਾਟਲੈਂਡ ਜਿਹੜਾ ਜੀ ਕਿਤੇ ਜਿੱਥੇ ਜੱਟ ਵੋਟਾਂ ਦਾ ਬਹੁਤਾ ਪ੍ਰਭਾਵ ਹੈ, ਉਸ ਜਗ੍ਹਾ ਤੋਂ 15 ਜਿਹੜੇ ਪੰਜਾਬੀ ਨੇ ਉਹਨਾਂ ਨੂੰ ਚੌਧਰ ਮਿਲੀ ਆ, ਭਾਵ ਕਿ ਉਹ ਐਕਸੈਪਟ ਜਿਹੜਾ ਜੀ ਉਹ ਹੋਏ ਨੇ। ਇਹਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦੇ ਵੱਲੋਂ 15 ਪੰਜਾਬੀ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਪਹੁੰਚਣ ਸਫਲ ਹੋਏ ਨੇ। ਟੋਟਲ ਜਿਹੜੇ ਨੇ ਜੀ ਭਾਰਤੀ ਜਨਤਾ ਪਾਰਟੀ ਦੀਆਂ ਟਿਕਟਾਂ ਤੇ 9 ਪੰਜਾਬੀ ਉਮੀਦਵਾਰ ਜੇਤੂ ਰਹੇ ਨੇ। ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਪੰਜਾਬੀਆਂ ਦੇ ਵਿੱਚੋਂ ਕੋਈ ਵੀ ਜਿੱਤ ਹਾਸਲ ਜਿਹੜਾ ਜੀ ਉਹ ਨਹੀਂ ਕਰ ਸਕਿਆ। ਭੁਪਿੰਦਰ ਸਿੰਘ ਹੁੱਡਾ ਦੇ ਜੱਦੀ ਜ਼ਿਲ੍ਹੇ ਰੋਹਤਕ ਸ਼ਹਿਰ ਤੋਂ ਕਾਂਗਰਸ ਦੇ ਪੰਜਾਬੀ ਉਮੀਦਵਾਰ ਬੀਵੀ ਬੱਤਰਾ ਚੋਣ ਜਿਹੜੇ ਉਹ ਹਾਰ ਗਏ ਨੇ ਜੀ। ਦੂਜਾ ਨੰਬਰ ਜਿਹੜਾ ਹੈ ਜੀ ਉਹ ਹੈ ਇਨੈਲੋ ਦਾ, ਉਹਦੇ ਵੱਲੋਂ ਖੜੇ ਕੀਤੇ ਗਏ ਜਿਹੜੇ 6 ਉਮੀਦਵਾਰ ਨੇ ਉਹ ਚੋਣ ਜਿੱਤ ਗਏ ਨੇ ਜੀ। ਔਰ ਭਾਜਪਾ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦੂਜੇ ਪੰਜਾਬੀ ਦਾਅਵੇਦਾਰ ਅਨਿਲ ਵਿਜ ਜਿਹੜੇ ਨੇ ਉਹ ਚੋਣ ਜਿੱਤੇ ਨੇ। ਅੰਬਾਲਾ ਕੈਂਟ ਤੋਂ ਉਹਨਾਂ ਨੇ ਸ਼ਾਨਦਾਰ ਜਿੱਤ ਜਿਹੜੀ ਹੈ ਜੀ ਉਹ ਹਾਸਲ ਕੀਤੀ ਹੈ। ਭਗੌੜਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਸੰਧੂ ਲਗਾਤਾਰ ਜਿਹੜਾ ਜੀ ਦੂਜੀ ਵਾਰੀ ਚੋਣ ਹਾਰਨ ਤੋਂ ਬਾਅਦ ਇਸ ਵਾਰੀ ਜਿੱਤ ਗਏ ਨੇ। ਇਨੈਲੋ ਦੀ ਟਿਕਟ ਤੇ ਚੋਣ ਲੜਨ ਵਾਲੇ ਪੰਜਾਬੀ ਉਮੀਦਵਾਰਾਂ ਚ ਰਤੀਆ ਹਲਕੇ ਤੋਂ ਰਵਿੰਦਰ ਸਿੰਘ ਬਲਿਆਲਾ, ਵਿਧਾਨ ਸਭਾ ਹਲਕੇ ਤੋਂ ਵੇਦ ਨਾਰੰਗ, ਜੀਂਦ ਤੋਂ ਡਾਕਟਰ ਹਰੀਚੰਦ ਮਿੱਢਾ ਤੇ ਰਾਣੀਆਂ ਤੋਂ ਰਾਮਚੰਦਰ ਜਿਹੜੇ ਨੇ ਉਹ ਸ਼ਾਮਲ ਨੇ। ਸੋ ਪੰਜਾਬੀਆਂ ਦੀ ਕਾਫੀ ਚੜ੍ਹਾਈ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ। 15 ਪੰਜਾਬੀ ਜਿਹੜੇ ਨੇ ਉਹ ਚੁਣ ਕੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਇਸ ਵਾਰੀ ਬੈਠਣਗੇ। ਅਤੇ ਜੀ ਆਪਾਂ ਨਾ ਗੱਲਬਾਤ ਕਰਦੇ ਹਾਂ ਪੰਜਾਬ ਦੀ, ਪੰਜਾਬ ਵੱਲ ਵੀ ਬੜਾ ਕੁਛ ਉਥਲ ਪੁਥਲ ਹੋਊਗੀ। ਜਿਸ ਤਰ੍ਹਾਂ ਮੋਹਨ ਭਾਗਵਤ ਜਾਂ ਅਡਵਾਨੀ ਦੇ ਜਿਹੜੇ ਗੇੜੇ ਆ ਇੱਧਰ ਸਾਡੇ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਬੜੇ ਵੱਧ ਗਏ ਆ। ਬਿਲਕੁਲ ਜੀ, ਜਿਹੜੇ ਇੱਕ ਤਾਂ ਸਰਸੇ ਵਾਲੇ ਨੂੰ ਕਾਬੂ ਕਰ ਲਿਆ ਉਹਨਾਂ ਨੇ, ਦੂਜਾ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਬਿਆਸ ਵਾਲਾ ਜਿਹੜਾ ਹੈ ਜੀ ਜੀ ਉਹਦੇ ਰਾਧਾ ਸਵਾਮੀਆਂ ਦਾ ਡੇਰਾ, ਉਹਦੇ ਮੁਖੀ ਦੇ ਨਾਲ ਪਹਿਲਾਂ ਮਾਨਸੇ ਦੇ ਵਿੱਚ ਜਿਹੜੀ ਹੈ ਜੀ ਉਹ ਮੀਟਿੰਗ ਹੋਈ ਸੀ। ਉਸ ਮੀਟਿੰਗ ਤੋਂ ਬਾਅਦ ਸ਼ਾਇਦ ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਸੀ ਕਿ ਅੱਗੋਂ ਇਹ ਮੀਟਿੰਗਾਂ ਜਿਹੜੀਆਂ ਨੇ ਉਹ ਜਾਰੀ ਰੱਖੀਆਂ ਜਾਣਗੀਆਂ। ਕੋਈ ਜਿਹੜਾ ਜੀ ਇਹ ਸਮਝੇ ਜਾਂ ਨਾ ਸਮਝੇ, ਪਰ ਜਿਹੜਾ ਸਿਸਟੇਮੈਟਿਕਲੀ ਬੀਜੇਪੀ ਦੀ ਜਿਹੜੀ ਪਾਰਟੀ ਹੈ ਜੀ, ਬੀਜੇਪੀ ਦੀ ਮਾਈ ਬਾਪ ਜਿਹੜਾ ਜੀ ਉਹ ਐਕਚੁਅਲੀ ਜਿਹੜਾ ਵਰਕ ਕਰ ਰਿਹਾ ਹੈ ਪਿੰਡਾਂ ਦੇ ਵਿੱਚ ਚੱਲੋ ਵਾਲੀ ਜਿਹੜੀ ਮੁਹਿੰਮ ਹੈ ਉਹਦੇ ਉੱਤੇ ਮੋਹਨ ਭਾਗਵਤ ਆਪ ਜਿਹੜਾ ਜੀ ਉਹ ਕੰਮ ਕਰ ਰਿਹਾ ਇਸ ਵੇਲੇ। ਇਸ ਕਰਕੇ ਡੇਰਿਆਂ ਦੇ ਵਿੱਚ ਉਹਦੇ ਜਿਹੜੀਆਂ ਫੇਰੀਆਂ ਨੇ ਉਹ ਬੜੀ ਤੇਜ਼ੀ ਦੇ ਨਾਲ ਵਧੀਆਂ ਨੇ। ਇਹ ਵਧੀਆਂ ਹੋਈਆਂ ਫੇਰੀਆਂ ਜਿਹੜੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਰੰਗ ਲਿਆਉਂਦੀਆਂ ਨੇ ਇਹ ਤਾਂ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ ਜੀ। ਪਰ ਇੱਕ ਗੱਲ ਪੱਕੀ ਹੈ, ਪੰਜਾਬ ਦੀ ਸਿਆਸਤ ਨੂੰ ਇਹ ਫੇਰੀਆਂ ਜਿਹੜੀਆਂ ਨੇ ਉਹ ਪ੍ਰਭਾਵਿਤ ਜ਼ਰੂਰ ਕਰਨਗੀਆਂ ਜੀ। ਜੀ ਬਿਲਕੁਲ ਕੁਛ ਨਾ ਕੁਛ ਤੇ ਜਿਹੜਾ ਖਿਚੜੀਆਂ ਪੱਕ ਰਹੀ ਹੈ। ਤੇ ਇੱਕ ਜੀ SGPC ਦਾ ਜਿਹੜਾ ਮੈਂਬਰ ਆ ਸ਼ਾਇਦ ਕੋਈ ਗੁਰਦੁਆਰੇ ਦੇ ਵਿੱਚ ਕੰਮ ਕਰਦਾ, ਉਹ ਵੀ ਕਹਿੰਦੇ ਵੀ ਸ਼ਰਾਬੀ ਹਾਲਤ ਦੇ ਵਿੱਚ ਹੀ ਫੜਿਆ ਗਿਆ। ਦੇਖੋ ਜਦੋਂ ਗੱਲ
ਨਸ਼ਿਆਂ ਦੀ ਚੱਲਦੀ ਹੈ ਤਾਂ ਇਹਦੇ ਤੋਂ ਕੋਈ ਧਿਰ ਜਿਹੜੀ ਇਹਨਾਂ ਦੀ ਉਹ ਬਚੀ ਹੋਈ ਨਹੀਂ। ਹਾਲਾਂਕਿ ਲੋਕ ਬਹੁਤੇ ਇਹ ਕਹਿਣਗੇ ਜੀ ਤੇ ਮੁਲਾਜ਼ਮ ਹੀ ਸੀਗਾ ਜੀ ਜਿਹੜਾ ਫੜਿਆ ਗਿਆ, ਪਰ ਦੂਜਾ ਇਹਦਾ ਪੱਖ ਇਹ ਹੈ ਕਿ ਜੇ ਉੱਥੇ ਹੋਣ ਵਾਲਾ ਪ੍ਰਚਾਰ ਜਿਹੜਾ ਜੀ ਉਹ ਇਹਨਾਂ ਮੁਲਾਜ਼ਮਾਂ ਦੇ ਉੱਤੇ ਨਹੀਂ ਹੋ ਰਿਹਾ ਜੀ, ਤਾਂ ਫਿਰ ਤੁਸੀਂ ਆਮ ਲੋਕਾਂ ਦੇ ਉੱਤੇ ਇਹਦਾ ਕੀ ਪ੍ਰਚਾਰ ਹੋ ਸਕਦਾ ਜੀ। ਇੱਥੋਂ ਦਾ ਇਤਿਹਾਸਕ ਗੁਰਦੁਆਰਾ ਹੈ ਜੀ। ਦੇਖੋ, ਜਦੋਂ ਕਿਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਲੰਘੀਏ, ਸਰਹੰਦ ਦੇ ਵਿੱਚੋਂ ਲੰਘੀਏ, ਕਿਤੇ ਹੋਰ ਜਗ੍ਹਾ ਖੜੇ ਹੋਈਏ ਜਾਂ ਨਾ ਹੋਈਏ, ਮੇਰੀ ਜਿਹੜੀ ਆਪਣੀ ਨਿੱਜੀ ਰਾਏ ਹੈ ਜੀ, ਪਤਾ ਨਹੀਂ ਇਹਨੂੰ ਕੋਈ ਕਿਵੇਂ ਲੈਂਦਾ, ਉੱਥੇ ਸਿਰ ਜਿਹੜਾ ਨਾ ਜੀ ਉਹ ਆਪੇ ਹੀ ਝੁਕ ਜਾਂਦਾ, ਕਿਉਂਕਿ ਉਹ ਸ਼ਹੀਦਾਂ ਦੀ ਧਰਤੀ ਹੈ, ਮਹਾਨ ਸ਼ਹੀਦਾਂ ਦੀ ਧਰਤੀ ਹੈ, ਮਹਾਨ ਲੋਕਾਂ ਦੀ ਉਹ ਧਰਤੀ ਹੈ। ਪਰ ਉਹ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ ਜੀ। ਸ਼੍ਰੋਮਣੀ ਕਮੇਟੀ ਦਾ ਇੱਕ ਪੱਕਾ ਮੁਲਾਜ਼ਮ ਜਿਹੜਾ ਜੀ ਉਹ ਗੁਰਦੁਆਰਾ ਜੋਤੀ ਸਰੂਪ ਹੈ ਜਿਹੜਾ, ਉੱਥੇ ਲੋਕਾਂ ਨੇ ਉਹਨੂੰ ਫੜਿਆ ਜੀ, ਔਰ ਸ਼ਰਾਬੀ ਹਾਲਤ ਦੇ ਵਿੱਚ ਸੀਗਾ ਜੀ ਉਹ ਗੁਰਦੁਆਰੇ ਦੇ ਅੰਦਰ। ਔਰ ਇਹ ਬਲਕਾਰ ਸਿੰਘ ਕਟਾਣਾ ਸਾਹਿਬ ਹੈ ਜੀ, ਇਹ ਇੱਥੇ ਸੇਵਾ ਜਿਹੜੀ ਉਹ ਨਿਭਾ ਰਿਹਾ ਸੀਗਾ, ਪਰ ਸ਼ਰਾਬੀ ਹਾਲਤ ਦੇ ਵਿੱਚ ਫੜਿਆ ਜੀ ਗੁਰਦੁਆਰਾ ਜੋਤੀ ਸਰੂਪ ਦੇ ਵਿੱਚੋਂ। ਹੁਣ ਜਿਹੜਾ ਇਹ ਪਤਾ ਲੱਗਾ ਜੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਉਹਨੇ ਕਿਹਾ ਕਿ ਅਸੀਂ ਇਹਦੇ ਖਿਲਾਫ ਜਿਹੜੀ ਹੈ ਜੀ ਉਹ ਕਾਰਵਾਈ ਕਰਾਂਗੇ। ਉਹਨਾਂ ਨੇ ਕਿਹਾ, ਪ੍ਰਧਾਨ ਨੇ ਇਹ ਕਿਹਾ ਜੀ ਕਿ ਅੱਜ ਛੁੱਟੀ ਹੋਣ ਕਰਕੇ ਦਫ਼ਤਰ ਬੰਦ ਸੀਗਾ, ਜਿਹਦੇ ਕਰਕੇ ਉਹਨਾਂ ਕੋਲੇ ਲਿਖਤੀ ਸ਼ਿਕਾਇਤ ਜਿਹੜੀ ਉਹ ਨਹੀਂ ਪਹੁੰਚੀ। ਉਹਨਾਂ ਕਿਹਾ ਕਿ ਲਿਖਤੀ ਸ਼ਿਕਾਇਤ ਜਿਹੜੀ ਉਹ ਪਹੁੰਚ ਜਾਵੇ, ਸੋ ਲਿਖਤੀ ਸ਼ਿਕਾਇਤ ਦੇ ਬਾਅਦ ਕੀ ਕੀਤਾ ਜਾਊਗਾ ਜੀ। ਹਾਸੋਹੀਣੀ ਗੱਲ ਹੈ, ਸ਼ਰਾਬੀ ਹਾਲਤ ਦੇ ਵਿੱਚ ਉਹਨਾਂ ਦਾ ਮੁਲਾਜ਼ਮ ਇੱਕ ਫੜਿਆ ਜਾਂਦਾ ਹੈ। ਪ੍ਰਧਾਨ ਸਾਹਿਬ ਜਿਹੜੇ ਉਹ ਲਿਖਤੀ ਸ਼ਿਕਾਇਤ ਦੀ ਉਡੀਕ ਕਰ ਰਹੇ ਨੇ ਜੀ ਕਿ ਉਹ ਆਊਗੀ ਤੇ ਫਿਰ ਉਹਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਆਈ ਥਿੰਕ ਕਿਤੇ ਸੋਚਣਾ ਚਾਹੀਦਾ ਜੀ ਉਹਨਾਂ ਨੂੰ ਕਿ ਇਹ ਕੀ ਬਣਦਾ ਜਾ ਰਿਹਾ ਹੈ। ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਨਸ਼ਿਆਂ ਦਾ, ਉਹਦੇ ਖਿਲਾਫ ਧਾਰੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੇਦ ਭਰੀ ਚੁੱਪ, ਅਕਾਲ ਤਖਤ ਦੇ ਵੱਲੋਂ ਧਾਰੀ ਹੋਈ ਜਿਹੜੀ ਭੇਦ ਭਰੀ ਚੁੱਪ ਹੈ, ਉਹ ਕਈ ਸਵਾਲ ਖੜੇ ਕਰ ਰਹੀ ਹੈ। ਹੁਣ ਤਾਂ ਬੋਲ ਪਾਓ ਜੀ, ਤੁਹਾਡੇ ਤਾਂ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹਾਲਾਤ ਕੀ ਬਣਦੇ ਜਾ ਰਹੇ ਨੇ, ਹੁਣ ਤਾਂ ਕੁਝ ਬੋਲ ਪੈਂਦੀ ਹੈ। ਹਾਂ, ਬਿਲਕੁਲ ਜੀ, ਮਾੜੀ ਗੱਲ ਹੈਗੀ ਆ ਇਹ ਸਾਰੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਗੁਰਬਖਸ਼ ਸਿੰਘ ਆ, ਉਹਨਾਂ ਨੂੰ ਫਿਰ ਉਹ ਅਕਾਲ ਤਖਤ ਤੇ ਪਹੁੰਚੇ ਨੇ ਜੀ ਲਿਸਟ ਲੈ ਕੇ। ਬਿਲਕੁਲ ਜੀ, ਉਹ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਉਹਨਾਂ ਨੇ ਮੁਲਾਕਾਤ ਜਿਹੜੀ ਆ ਉਹ ਕੀਤੀ ਆ। ਪਹਿਲਾਂ ਵੀ ਗੁਰਬਖਸ਼ ਸਿੰਘ ਹੋਰੀ ਪਤਾ ਕਿ ਉਹ ਜਿਹੜੇ ਬੈਠੇ ਸਨ ਮਰਨ ਵਰਤ ਦੇ ਉੱਤੇ, ਫਿਰ ਉਹ ਮਰਨ ਵਰਤ ਜਿਹੜਾ ਸੀ ਉਹ ਤੋੜ ਦਿੱਤਾ ਗਿਆ। ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਹੁਣ ਮੇਰਾ ਮਸਲਾ ਹੋ ਗਿਆ। ਉਦੋਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਸੀ ਮੇਰਾ ਮਸਲਾ ਹੋ ਗਿਆ। 40 ਦਿਨ ਉਹ ਭੁੱਖ ਹੜਤਾਲ ਤੇ ਬੈਠੇ, ਜਿਹੜੇ 6 ਸਿੱਖ ਇਸ ਵੇਲੇ ਜਿਹੜੇ ਆਪਣੀ ਉਮਰ ਕੈਦ ਪੂਰੀ ਕਰ ਚੁੱਕੇ ਨੇ, ਫਿਰ ਵੀ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਸਾਹਿਬ ਵੀ ਉਦੋਂ ਬਾਅਦ ਭੁੱਲ ਗਏ, ਮੁੱਖ ਮੰਤਰੀ ਵੀ ਉਦੋਂ ਬਾਅਦ ਜਿਹੜੇ ਜੀ ਭੁੱਲ ਗਏ। ਕਿਸੇ ਨੂੰ ਚੇਤਾ ਹੀ ਨਾ ਆਇਆ ਕਿ ਥੋੜੇ ਦਿਨਾਂ ਦੀ ਛੁੱਟੀ ਤੇ ਆਏ ਇਹ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਲੋਕ ਨੇ ਉਹ ਦੁਬਾਰਾ ਜੇਲ੍ਹਾਂ ਦੇ ਅੰਦਰ ਜਿਹੜਾ ਜੀ ਉਹ ਚਲੇ ਗਏ। ਗੱਲ ਜਦੋਂ ਸਿਰੇ ਲਾਉਣ ਵਾਲੀ ਸੀਗੀ ਤੇ ਆਈ ਥਿੰਕ ਗਿਆਨੀ ਗੁਰਬਖਸ਼ ਸਿੰਘ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਉਦੋਂ ਜਿਹੜਾ ਸੀਗਾ ਇਹ ਗੱਲ ਕਿਸੇ ਪਾਸੇ ਲਾਉਣੀ ਚਾਹੀਦੀ ਸੀ। ਉਹ ਦੱਸਣ ਜੀ ਕਿ ਕਿਹੜੇ ਭਰੋਸੇ ਸੀਗੇ ਜਿਹਦੇ ਕਰਕੇ ਉਹਨਾਂ ਨੇ ਇਹ ਆਪਣਾ ਮਰਨ ਵਰਤ ਜਿਹੜਾ ਸੀਗਾ ਉਹ ਛੱਡ ਦਿੱਤਾ ਸੀਗਾ। ਕੀ ਕਿਸੇ ਜਗ੍ਹਾ ਦੇ ਉੱਤੇ ਕੋਈ ਲਿਖਤੀ ਭਰੋਸਾ ਮਿਲਿਆ ਸੀਗਾ ਜਾਂ ਜ਼ੁਬਾਨੀ ਕਲਾਮੀ ਜਿਹੜਾ ਕੰਮ ਸੀਗਾ ਉਹ ਸਾਰ ਲਿਆ ਗਿਆ। ਗੁਰਬਖਸ਼ ਸਿੰਘ ਹੋਰਾਂ ਨੇ ਕਿਹਾ ਕਿ ਮੁੜ ਕੇ ਭੁੱਖ ਹੜਤਾਲ ਤੇ ਬਹਿ ਸਕਦੇ ਨੇ। ਮੈਨੂੰ ਨਹੀਂ ਲੱਗਦਾ ਕਿ ਉਹੋ ਜਿਹਾ ਸਹਿਯੋਗ ਦੁਬਾਰਾ ਜਿਹੜਾ ਜੀ ਉਹ ਮਿਲ ਸਕਦਾ ਹੈ, ਪਰ ਇੰਨਾ ਜ਼ਰੂਰ ਹੈ ਗੁਰਬਖਸ਼ ਸਿੰਘ ਹੋਰਾਂ ਨੂੰ ਫਿਰ ਵੀ ਦੋਸ਼ ਨਾ ਦੇ ਕੇ ਇੰਨਾ ਜ਼ਰੂਰ ਹੈ ਕਟਹਿਰੇ ਦੇ ਵਿੱਚ ਜਿਹੜਾ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਤਾਂ ਮੁੱਖ ਮੰਤਰੀ ਨੂੰ ਤਾਂ ਲਿਆਉਣਾ ਚਾਹੀਦਾ ਨਾ ਜੀ ਕਿ ਕੀ ਬਣਿਆ ਉਹਨਾਂ ਵਾਅਦਿਆਂ ਦਾ ਜਿਹੜੇ ਕੀਤੇ ਗਏ ਸੀਗੇ ਉਦੋਂ ਮਰਨ ਵਰਤ ਜਿਹੜਾ ਛਡਾਉਣ ਦੇ ਵਾਸਤੇ। ਬਿਲਕੁਲ ਜੀ, ਗੱਲ ਤੇ ਉਹਨਾਂ ਨੂੰ ਇਹੀ ਪੁੱਛਣੀ ਚਾਹੀਦੀ ਆ ਕਿ ਤੁਸੀਂ ਪ੍ਰੋਮਿਸ ਕੀਤੇ ਸੀ ਤਾਂ ਨਿਭਾਏ ਕਿਉਂ ਨਹੀਂ। ਤੇ ਅੱਗੇ ਜੀ ਆਮ ਆਦਮੀ ਪਾਰਟੀ ਦੀ ਕੀ ਅਪਡੇਟ ਆ? ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੇ ਕਿਹਾ ਕਿ ਉਹ ਇੱਥੇ ਪੰਜਾਬ ਦੇ ਵਿੱਚ ਨਵੇਂ ਵਿੰਗ ਜਿਹੜੇ ਆ ਜੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਸੰਬੰਧੀ ਸੁੱਚਾ ਸਿੰਘ ਛੋਟੇਪੁਰ ਪੰਜਾਬ ਦੇ ਕਨਵੀਨਰ ਲਾਏ ਹੋਏ ਨੇ। ਉਹਨਾਂ ਨੇ ਕਿਹਾ ਕਿ ਇਹਦੇ ਸੰਬੰਧੀ ਜਿਹੜੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਯੈਸ ਜਿਹੜੀ ਹੈ ਜੀ ਉਹ ਕਰ ਦਿੱਤੀ ਆ ਤੇ ਉਹਨਾਂ ਨੇ ਕਿਹਾ ਕਿ ਛੇਤੀ ਹੀ ਜਿਹੜੇ ਵਿੰਗ ਨੇ ਜੀ ਇਹਨਾਂ ਦਾ ਐਲਾਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜੀ ਕਰ ਦਿੱਤਾ ਜਾਊਗਾ। ਜਿਹੜੀਆਂ ਬਾਕੀ ਅਹੁਦੇਦਾਰੀਆਂ ਨੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਅਹੁਦੇਦਾਰੀਆਂ ਜਿਹੜੀਆਂ ਜੀ ਇਹਨਾਂ ਦਾ ਐਲਾਨ ਛੇਤੀ ਹਫ਼ਤੇ ਕੁ ਖੰਡ ਦੇ ਵਿੱਚ ਹੋਣਾ ਸ਼ੁਰੂ ਹੋ ਜਾਊਗਾ। ਜਿਹੜੇ ਇਹ ਵਿੰਗ ਨੇ ਉਹ ਬਣਾਏ ਜਾਣੇ ਨੇ। ਉਹਦੇ ਵਿੱਚ ਇਹ ਪਤਾ ਲੱਗਾ ਜੀ ਕਿ ਜਿਹੜੇ ਇਹਦੇ ਵਿੱਚ ਮਜ਼ਦੂਰ ਵਿੰਗ ਬਣਾਇਆ ਜਾਊਗਾ, ਮਹਿਲਾ ਵਿੰਗ ਬਣਾਇਆ ਜਾਊਗਾ, ਐਕਸ ਸਰਵਿਸਮੈਨ ਵਿੰਗ ਬਣਾਇਆ ਜਾਊਗਾ, ਲੀਗਲ ਵਿੰਗ ਜਿਹੜਾ ਜੀ ਉਹ ਬਣਾਇਆ ਜਾਊਗਾ ਤੇ ਇਹਦੇ ਸੰਬੰਧੀ ਛੇਤੀ ਹੀ ਐਲਾਨ ਜਿਹੜਾ ਜੀ ਹਫ਼ਤੇ ਖੰਡ ਦੇ ਵਿੱਚ ਹੋ ਜਾਣ ਦੀ ਸੰਭਾਵਨਾ ਹੈ। ਦੇਖਦੇ ਹਾਂ ਜੀ। ਉਹਦੇ ਵੈਸੇ ਸਹੀ ਪੁੱਛੋ ਤਾਂ ਅੰਦਰੂਨੀ
ਜਿਹੜੀਆਂ ਗੱਲਾਂ ਇਹ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹੌਲੀ ਹੌਲੀ ਘੁਸਰ ਮੁਸਰ ਹੁੰਦੀ ਸੀ ਆਪਸੀ ਸੰਬੰਧਾਂ ਦੀ ਖਟਾਸ ਨੂੰ ਲੈ ਕੇ, ਉਹ ਵੱਡੀ ਹੋਣ ਲੱਗੀ ਹੈ ਜੀ। ਅੱਜ ਹੀ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਚੱਲੀ ਜਾਂਦਾ ਆ। ਤੇ ਪੰਜਾਬ ਦੇ ਵਿੱਚ ਜਿਹੜੇ ਕਾਂਗਰਸੀ ਆ ਉਹਨਾਂ ਦੇ ਉੱਤੇ ਕਹਿੰਦੇ ਰਾਹੁਲ ਨੇ ਕੁਰਕੀ ਵੀ ਮਾਰੀ ਆ ਤੇ ਉਹ ਕੋਈ ਅਸਰ ਨਹੀਂ ਹੋਇਆ ਉਸ ਦੀ ਫੇਰੀ ਦਾ। ਬਿਲਕੁਲ ਜੀ, ਇਹ ਇਹਦਾ ਕੋਈ ਅਸਰ ਜਿਹੜਾ ਨਹੀਂ ਹੋਇਆ ਜੀ, ਸ਼ਾਇਦ ਕਿਉਂਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੁਣੀ ਡਾਕਟਰ ਮਨਮੋਹਨ ਸਿੰਘ ਨੂੰ ਡਰਾਉਣ ਗਿੱਜੇ ਨੇ। ਉਹ ਸੋਚਦੇ ਨੇ ਸ਼ਾਇਦ ਪੰਜਾਬ ਵਾਲੇ ਵੀ ਏਦਾਂ ਹੀ ਸੋਚਣਗੇ। ਇੱਥੋਂ ਦੀ ਰਾਜਨੀਤੀ ਜਿਹੜੀ ਹੈ ਜੀ ਉਹ ਵੱਖਰੀ ਹੈ। ਇਹ ਮੈਂ ਅੱਗੇ ਵੀ ਕਿਹਾ ਸੀਗਾ ਕਿ ਜੱਟਾਂ ਦੀ ਰਾਜਨੀਤੀ ਦੇ ਵਿੱਚ ਕਿੱਥੋਂ ਹਾਈ ਕਮਾਂਡ ਜਿਹੜਾ ਜੀ ਕੁਛ ਕਰ ਲੂਗੀ। ਹੁਣ ਜਿਹੜਾ ਜੀ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ 2.5 ਲੱਖ ਵਰਕਰਾਂ ਦਾ ਨੈਟਵਰਕ ਬਣਾਉਣ ਦੀ ਰਣਨੀਤੀ ਜਿਹੜੀ ਹੈ ਜੀ ਉਹ ਉਹਨਾਂ ਨੇ ਬਣਾਈ ਹੈ। ਉਹਨਾਂ ਕਿਹਾ ਕਿ ਛੇਤੀ ਇਹਦੇ ਉੱਤੇ ਕੰਮ ਕਰਨਾ ਜਿਹੜਾ ਜੀ ਉਹ ਸ਼ੁਰੂ ਕਰ ਦੇਣਗੇ। ਦੂਜੇ ਪਾਸੇ ਜਿਹੜਾ ਕੈਪਟਨ ਖੇਮਾ ਉਹ ਨਵੇਂ ਸਿਰੇ ਤੋਂ ਆਪਣੀ ਹੋਂਦ ਜਿਹੜੀ ਉਹ ਦਿਖਾਉਣ ਦੇ ਰੌਂ ਦੇ ਵਿੱਚ ਹੈ। ਇਹ ਪਤਾ ਲੱਗਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵੱਧ ਤੋਂ ਵੱਧ ਕਾਂਗਰਸੀ ਵਿਧਾਇਕਾਂ ਦੇ ਜਿਹੜੇ ਸਾਈਨ ਨੇ ਉਹ ਕਰਵਾ ਕੇ ਪ੍ਰਤਾਪ ਸਿੰਘ ਬਾਜਵਾ ਦੇ ਵਿਰੁੱਧ ਸਾਂਝਾ ਪੱਤਰ ਜਿਹੜਾ ਜੀ ਇੱਕ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਣ ਦੀ ਤਿਆਰੀ ਦੇ ਵਿੱਚ ਹੈ। ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੋਵਾਂ ਰਾਜਾਂ ਦੇ ਵਿੱਚੋਂ ਸਫਾਇਆ ਹੋ ਗਿਆ। ਇਸ ਕਰਕੇ ਪੰਜਾਬ ਕਾਂਗਰਸ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਉਹ ਪੈਣਾ ਸੁਭਾਵਿਕ ਹੀ ਹੈ। ਹਾਈ ਕਮਾਂਡ ਜਿਹੜੀ ਹੈ ਜੀ ਪਿਛਲੇ ਸਮੇਂ ਤੋਂ ਪਾਰਟੀ ਨੂੰ ਮਿਲ ਰਹੀਆਂ ਜਿਹੜੀਆਂ ਲਗਾਤਾਰ ਹਾਰਾਂ ਨੇ ਉਹ ਤੋਂ ਸਬਕ ਸਿੱਖ ਕੇ ਪਾਰਟੀ ਵਿਚਲੀ ਫੁੱਟ ਜਿਹੜੀ ਹੈ ਜੀ ਉਹਨੂੰ ਖਤਮ ਕਰਨ ਦੇ ਵਾਸਤੇ ਇੱਕ ਟੁੱਕ ਫੈਸਲਾ ਜਿਹੜਾ ਉਹ ਲੈ ਸਕਦੀ ਹੈ। ਕੀ ਫੈਸਲਾ ਹੋਊਗਾ ਇਹ ਕੁਝ ਨਹੀਂ ਪਤਾ, ਪਰ ਪੰਜਾਬ ਕਾਂਗਰਸ ਨੇ ਨਾ ਸਿੱਖਿਆ ਜੀ, ਉਹ ਨਾ ਸਿੱਖਣ ਦੀ ਕੋਈ ਉਮੀਦ ਜਿਹੜੀ ਹੈ ਜੀ ਉਹ ਜਾਪਦੀ ਹੈ। ਕਿਉਂਕਿ ਜਦੋਂ ਡੱਡੂਆਂ ਦੀ ਪੰਸੇਰੀ ਇਕੱਠੀ ਹੋਈ ਹੋਵੇ ਤੇ ਉਹਨੂੰ ਇਕੱਠਾ ਕਰਨਾ ਬਹੁਤ ਔਖਾ ਜੀ। ਕਦੀ ਛਾਲ ਮਾਰ ਕੇ ਕੋਈ ਬਾਹਰ ਨਿਕਲ ਜਾਂਦਾ, ਕਦੀ ਕੋਈ। ਤੇ ਜੀ ਇਸੇ ਤਰ੍ਹਾਂ ਹਾਰ ਤੋਂ ਬਾਅਦ ਜਿਹੜਾ ਕਾਂਗਰਸ ਦੇ ਕਹਿੰਦੇ ਆਫਿਸ ਵਾਲੇ ਆ ਉਹ ਵੀ ਛੁੱਟੀ ਤੇ ਚਲੇ ਗਏ। ਕਾਂਗਰਸ ਦਾ ਜਿਹੜਾ ਦਫ਼ਤਰ ਹੈ ਜੀ ਉਹ ਸੁੰਨਸਾਨ ਹੋਇਆ ਪਿਆ, ਸ਼ਾਇਦ ਕਿਉਂਕਿ ਕੋਮਾ ਦੇ ਵਿੱਚੋਂ ਬਾਹਰ ਆਉਣਾ ਬੜਾ ਔਖਾ ਹੁੰਦਾ ਜੀ। ਹਰਿਆਣਾ ਤੇ ਮਹਾਰਾਸ਼ਟਰ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਜੀ ਇਹਦੇ ਵਿੱਚ ਖੁੱਡੇ ਲਾਈਨ ਲੱਗੀ ਜਿਹੜੀ ਕਾਂਗਰਸ ਹੈ ਜੀ ਉਹਦੇ ਦਫ਼ਤਰ ਦੇ ਵਿੱਚ ਦਿੱਲੀ ਦੇ ਵਿੱਚ ਸੁੰਨਸਾਨ ਜਿਹੜੀ ਹੈ ਜੀ ਉਹ ਛਾਈ ਰਹੀ। 100 ਦੇ ਕਰੀਬ ਕਾਂਗਰਸੀ ਵਰਕਰ ਜਿਹੜੇ ਸੀ ਜੀ ਉਹਨਾਂ ਨੇ ਆ ਕੇ ਨਾਅਰੇ ਮਾਰੇ ਕਿ ਪ੍ਰਿਯੰਕਾ ਗਾਂਧੀ ਲਿਆਓ, ਕਾਂਗਰਸ ਬਚਾਓ। ਇਹ ਸੌਣ 'ਚ ਅੰਨੇ ਹੋਏ ਨੂੰ ਸਾਰਾ ਕੁਝ ਹਰਾ ਹੀ ਨਹੀਂ ਨਾ ਜੀ। ਸੋ ਇਹਨਾਂ ਨੂੰ ਸਵਾਏ ਅਜੇ ਵੀ ਇਹ ਨਹੀਂ ਸਮਝ ਰਹੇ ਕਿ ਗਾਂਧੀ ਪ੍ਰਭਾਵ ਜਿਹੜਾ ਸੀਗਾ ਜੀ ਉਹਨੇ ਬੇੜਾ ਗਰਕ ਕਰਤਾ ਕਾਂਗਰਸ ਦਾ। ਅਗਲੇ ਹੁਣ ਜਿਹੜਾ ਜੀ ਉਹ ਕਹਿ ਰਹੇ ਆ ਕਿ ਪ੍ਰਿਯੰਕਾ ਨੂੰ ਜਿਹੜਾ ਜੀ ਉਹ ਲਿਆਓ। ਪ੍ਰਿਯੰਕਾ ਗਾਂਧੀ ਆ ਕੇ ਕਾਂਗਰਸ ਦਾ ਕੀ ਕਰ ਦੂਗੀ, ਕੀ ਸਵਾਰ ਦੂਗੀ, ਉਹਦੇ ਕੋਲ ਕਿਹੜਾ ਐਕਸਪੀਰੀਅੰਸ ਆ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਪਰ ਇਹ ਅਜੇ ਵਰਕਰ ਜਿਹੜੇ ਜੀ ਉਹ ਲੈ ਕੇ ਥੋੜੇ ਮੋਟੋ ਜਿਹੜੇ ਸੀ ਹੱਥਾਂ ਦੇ ਵਿੱਚ ਪ੍ਰਿਯੰਕਾ ਗਾਂਧੀ ਜਿਹੜਾ ਸੀ ਪ੍ਰਿਯੰਕਾ ਲਿਆਓ, ਦੇਸ਼ ਬਚਾਓ ਦੇ ਨਾਅਰੇ ਜਿਹੜੇ ਸੀ ਉਹ ਮਾਰਦੇ ਰਹੇ। ਪਰ ਮੁਸ਼ਕਿਲ ਇਹ ਸੀ ਕਿ ਉਹਨਾਂ ਦੇ ਨਾਅਰੇ ਸੁਣਨ ਵਾਸਤੇ ਕਾਂਗਰਸ ਦੇ ਲੀਡਰਾਂ ਦੇ ਵਿੱਚੋਂ ਕੋਈ ਵੀ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਸੀਗਾ, ਕਿਉਂਕਿ ਉਹ ਤਾਂ ਵਿਚਾਰੇ ਕੋਮਾ 'ਚ ਚਲੇ ਗਏ ਜੀ। ਤੇ ਜੀ ਅੱਗੇ ਗੱਲ ਕਰੀਏ ਕਾਲੇ ਧਨ ਦੀ। ਕਾਲੇ ਧਨ ਦੀ ਗੱਲ ਆ ਜਿਹੜੀ ਉਹ ਆਈ ਗਈ ਹੋ ਗਈ ਹੈ। ਤਾਂ ਇੱਕ ਹੁੰਦਾ ਸੀ ਜੀ ਅੰਨਾ ਹਜ਼ਾਰੇ ਹੁਣ ਅੰਨਾ ਹਜ਼ਾਰੇ ਬਣ ਕੇ ਬੈਠ ਗਏ ਆ। ਕੀ ਕਦੀ ਉਸ ਦਾ ਕੋਈ ਬਿਆਨ ਨਹੀਂ ਆਇਆ? ਨਹੀਂ, ਉਹਦਾ ਕੋਈ ਬਹੁਤਾ ਬਿਆਨ ਨਹੀਂ ਆਇਆ। ਬਿਆਨ ਕਿਰਨ ਬੇਦੀ ਦਾ ਵੀ ਇਸ ਮਸਲੇ ਦੇ ਉੱਤੇ ਕੋਈ ਨਹੀਂ ਆਇਆ ਜੀ, ਜਿਹਨੇ ਬੜੀਆਂ ਫੜਾਂ ਮਾਰੀਆਂ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਕਿ ਬੀਜੇਪੀ ਹੀ ਹੈ ਜਿਹੜੀ ਕਾਲਾ ਧਨ ਲਿਆ ਸਕਦੀ ਹੈ। ਤੇ ਨਾ ਉਹ ਜਿਹੜਾ ਜੀ ਟੀਰੀ ਅੱਖ ਵਾਲਾ ਰਾਮਦੇਵ ਜਿਹੜਾ ਕਿਤੇ ਦਿਸਿਆ ਜੀ ਉਹਦਾ ਵੀ ਕੋਈ ਬਿਆਨ ਨਹੀਂ ਆਇਆ। ਹੁਣ ਸਾਰੇ ਚੁੱਪ ਧਾਰ ਕੇ ਬਹਿ ਗਏ ਜੀ ਇਸ ਮਸਲੇ ਦੇ ਉੱਤੇ। ਕਿਹੜਾ ਜਿਹੜਾ ਜੀ ਬੋਲੇ ਬੀਜੇਪੀ ਦੇ ਖਿਲਾਫ? ਕੌਣ ਬੋਲ ਸਕਦਾ ਜੀ? ਕੋਈ ਵੀ ਨਹੀਂ ਸ਼ਾਇਦ, ਕਿਉਂਕਿ ਉਹ ਮੈਜੋਰਿਟੀ ਦੇ ਵਿੱਚ ਉਹਦੀ ਸਰਕਾਰ ਹੈ ਜੀ। ਫਿਰ ਉਹਨੂੰ ਮਤ ਜਿਹੜੀ ਆਜੂਗੀ ਦੀ ਜਿਹੜਾ ਬੋਲੂਗਾ। ਇਸ ਕਰਕੇ ਸਾਰਿਆਂ ਨੇ ਮੂੰਹ ਦੇ ਵਿੱਚ ਜਿਹੜੀਆਂ ਉਹ ਘੁੰਗਣੀਆਂ ਪਾ ਲਈਆਂ ਨੇ ਇਸ ਮਸਲੇ ਦੇ ਉੱਤੇ ਜੀ। ਆਈ ਗਈ ਗੱਲ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਆਈ ਗਈ ਹੋਣ ਵਾਲੇ ਹਾਲਾਤ ਜਿਹੜੇ ਨੇ ਉਹ ਬਣ ਗਏ ਨੇ ਜੀ। ਬਿਲਕੁਲ ਜੀ, ਗੱਲ ਉਹ ਆਈ ਗਈ ਹੀ ਹੋ ਗਈ ਆ, ਨਹੀਂ ਤਾਂ ਕਾਫੀ ਕੰਮ ਚੱਕਿਆ ਗਿਆ ਸੀਗਾ। ਉਸ ਦੇ ਵਿੱਚੋਂ ਹੀ ਕੇਜਰੀਵਾਲ ਹੋਣਾ ਦੀ ਉਪਜ ਸੀਗੀ ਤੇ ਉਹਨਾਂ ਤੇ ਵੀ ਕਾਫੀ ਦੋਸ਼ ਲਾਏ ਗਏ ਸੀਗੇ। ਤੇ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਕੰਢੇ ਤੇ ਠਾਠੂ ਹੋ ਰਹੀ ਆ ਤਾਂ ਉਸ ਦਾ ਕਿਸ ਤਰ੍ਹਾਂ ਆ? ਹਾਲ ਦੀ ਘੜੀ ਕੁਛ ਘਟੀ ਹੈ ਜੀ, ਉਮੀਦ ਹੈ ਘੱਟ ਜੂਗੀ। ਤੁਹਾਨੂੰ ਪਤਾ ਹੀ ਹੈ ਕਿਉਂ ਘੱਟ ਜੂਗੀ ਜੀ, ਕਿਉਂ ਹੋ ਰਹੀ ਸੀ। ਆਪਾਂ ਗੱਲ ਇਹਦੀ ਪਹਿਲਾਂ ਡਿਟੇਲ 'ਚ ਕੀਤੀ ਹੈ ਜੀ। ਬਾਕੀ ਥੋੜਾ ਬਹੁਤਾ ਕਿਉਂਕਿ ਰਾਜਨੀਤਿਕ ਲੋਕ ਨੇ ਨਾ ਜੀ ਜਿਹੜੇ ਲੜਦੇ ਤਾਂ ਸਾਡੇ ਵਰਗੇ ਆਮ ਲੋਕ ਨੇ ਜਿਨ੍ਹਾਂ ਦੀ ਅਕਲ ਘੱਟ ਹੁੰਦੀ ਹੈ ਰਾਜਨੀਤਿਕ ਪਾਰਟੀਆਂ ਪਿੱਛੇ। ਇਹ ਤਾਂ ਅੰਦਰ ਖਾਤੇ ਸਭ ਇੱਕੋ ਨੇ ਜੀ ਸਾਰੇ, ਚਾਹੇ ਉਹ ਮੁਲਕਾਂ ਦੇ ਪੋਲੀਟੀਸ਼ਨ ਜਿਹੜੇ ਨੇ ਪੋਲੀਟੀਕਲ ਪਾਰਟੀਜ਼ ਨੇ, ਚਾਹੇ ਸੂਬਿਆਂ ਦੀਆਂ ਨੇ। ਤੋ ਕਈ ਵਾਰੀ ਉਹ ਹੁੰਦਾ ਜੀ ਫੋਨ ਖੜਕਾ ਕੇ ਇਹ ਵੀ ਤਾਂ ਕਹਿੰਦੇ ਨੇ ਚਲਾਇਓ 4 ਗੋਲੀਆਂ, ਸਾਡੇ 2 ਜਗ੍ਹਾ ਇਲੈਕਸ਼ਨ ਆਈਆਂ ਨੇ।
ਹਾਂ ਜੀ ਬਿਲਕੁਲ ਹੈ ਤੇ ਕੁਛ ਨਾ ਕੁਛ ਇਸੇ ਤਰ੍ਹਾਂ। ਤੇ ਅੱਗੇ ਜੀ ਗੱਲ ਕਰੀਏ, ਫਰੀਦਕੋਟ ਦੇ ਵਿੱਚ ਤੁਸੀਂ ਲੋਕਾਂ ਨੂੰ ਜਾਗਰਤ ਕਰਨ ਦਾ ਜਿਹੜਾ ਉਦਮ ਕੀਤਾ ਹੈ, ਤੇ ਉੱਥੇ ਜਿਹੜੇ ਆ ਉੱਥੇ ਕਿਸ ਤਰ੍ਹਾਂ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ। ਔਰ ਜਿਹੜੀ ਇੱਕ ਪੋਜ਼ਿਟਿਵ 2-3 ਚੀਜ਼ਾਂ ਉੱਥੇ ਬਹੁਤ ਹੋਈਆਂ ਜੀ। ਇੱਕ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਕਿ ਜਿਹੜਾ ਯੂਥ ਹੈ ਨਾ ਜੀ, ਉਹਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਉਹ ਮੂਹਰੇ ਲੱਗਿਆ ਜੀ। ਅਕਸਰ ਹੀ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੇ ਪਟਾਕੇ ਮਰਵਾਉਣੇ ਜਾਂ ਲੰਡੀਆਂ ਜੀਪਾਂ ਦੇ ਵਿੱਚ ਉੱਚੀ ਗਾਣੇ ਜਿਹੜੇ ਜੀ ਉਹ ਲਾ ਲੈਣੇ, ਉਹਨਾਂ ਤੋਂ ਪਾਸੇ ਹਟ ਕੇ ਯੂਥ ਨੇ ਆਪਣੀ ਜ਼ਿੰਮੇਵਾਰੀ ਸਮਝੀ। ਲਾਅ ਕਾਲਜ ਜਿਹੜਾ ਸੀਗਾ ਜੀ, ਉਹਦੇ ਸਟੂਡੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਨੀਫਾਰਮ ਦੇ ਵਿੱਚ ਇਹਦੇ ਵਿੱਚ ਜਿਹੜਾ ਦੀ ਆਏ, ਔਰ ਉਹਨਾਂ ਨੂੰ ਦੇਖਦਿਆਂ ਸਾਡੇ ਜਿੰਨੇ ਕਾਫਲੇ ਦੇ ਮੈਂਬਰ ਸਨ ਜੀ, ਸਾਰਿਆਂ ਨੇ ਇਹ ਫੈਸਲਾ ਲਿਆ ਜੀ ਕਿ ਇਹਨਾਂ ਨੂੰ ਜਿਹੜਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਤੁਰਿਆ ਜਾਵੇ ਜੀ, ਅੱਜ ਆਪ ਪਿੱਛੇ ਲੱਗਿਆ ਜਾਵੇ। ਸੋ ਉਹਨਾਂ ਨੇ, ਇਹਨਾਂ ਨੌਜਵਾਨਾਂ ਨੇ ਜਿਹੜੀ ਸੀ ਇਸ ਇਨਕਲਾਬ ਕਾਫਲੇ ਦੀ ਇਸ ਵਾਰੀ ਫਰੀਦਕੋਟ ਦੇ ਵਿੱਚ ਅਗਵਾਈ ਕੀਤੀ ਜੀ। ਤਕਰੀਬਨ 5 ਕਿਲੋਮੀਟਰ ਦੇ ਕਰੀਬ ਜਿਹੜਾ ਸੀਗਾ ਸਾਰੇ ਬਾਜ਼ਾਰਾਂ ਨੂੰ ਜਿਹੜਾ ਜੀ ਸਾਰੇ ਜਗ੍ਹਾ ਤੋਂ ਕਵਰ ਕੀਤਾ। ਥੋੜਾ ਪ੍ਰਿੰਟ ਮਟੀਰੀਅਲ ਜਿਹੜਾ ਜੀ ਇਸ ਵਾਰੀ ਉਹ ਵੰਡਿਆ ਜੀ, ਨਸ਼ੇ ਦੇ ਪੈਣ ਵਾਲੇ ਜਿਹੜੇ ਪ੍ਰਭਾਵ, ਨਸ਼ਾ ਜਿਹੜਾ ਨਸ਼ੇੜੀ ਆ ਜੀ, ਉਹ ਕਿਵੇਂ ਕਿਵੇਂ ਉਹਦੇ ਸਿੰਪਟਮਸ ਪਤਾ ਲੱਗਦੇ ਨੇ, ਇਹ ਜਿਹੜਾ ਜੀ ਲੋਕਾਂ ਨੂੰ ਡੋਰ ਬੈਲਾਂ ਮਾਰ ਮਾਰ ਕੇ ਦੁਕਾਨਾਂ ਦੇ ਉੱਤੇ ਜਾ ਜਾ ਕੇ ਨੌਜਵਾਨਾਂ ਨੇ ਜਿਹੜਾ ਜੀ ਇਹ ਵੰਡਿਆ। ਇਹਦਾ ਅਸਰ ਵੀ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ ਸੀਗਾ ਕੁਝ ਥਾਵਾਂ ਦੇ ਉੱਤੇ। ਇੱਕ ਵਿਅਕਤੀ ਜਿਹੜਾ ਸੀਗਾ ਜੀ ਉਹ ਭੱਜ ਕੇ ਅੰਦਰੋਂ ਪਾਣੀ ਦੇ ਜੱਗ ਤੇ ਗਲਾਸ ਲੈ ਕੇ ਆਇਆ ਜੀ, ਉਹ ਲੋਕਾਂ ਨੂੰ ਪਿਆਉਂਦਾ ਰਿਹਾ। ਉਹ ਇਹ ਕਹਿ ਰਿਹਾ ਸੀਗਾ ਕਿ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਹੋ, ਸਾਡੇ ਵਾਸਤੇ ਤੁਸੀਂ ਲੜ ਰਹੇ ਹੋ, ਪਾਣੀ ਪਿਆਉਣਾ ਤਾਂ ਸਾਡਾ ਜਿਹੜਾ ਫਰਜ਼ ਹੈ ਜੀ। ਔਰ ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਘਟਨਾ ਇਹ ਹੋਈ ਕਿ ਇੱਕ ਨਸ਼ੇੜੀ ਜਿਹੜਾ ਨਸ਼ੇ ਦੇ ਨਾਲ ਟੁੰਨ ਪਿਆ ਸੀਗਾ ਜੀ, ਜਿੰਨੇ ਵਹੀਕਲ ਨੇ ਪਤਾ ਨਹੀਂ ਕਦੋਂ ਦਾ ਉਹ ਪਿਆ ਸੀਗਾ, ਉਹ ਸਾਈਡ ਤੋਂ ਹੋ ਕੇ ਉਹਦੇ ਤੋਂ ਲੰਘੀ ਜਾ ਰਹੇ ਸੀਗੇ ਜੀ। ਤੇ ਜਿਹੜੇ ਮੈਂਬਰ ਸਨ ਇਨਕਲਾਬ ਦੇ ਜੀ, ਉਹਨਾਂ ਨੇ ਉਹਨੂੰ ਚੁੱਕਿਆ, ਉਹਦਾ ਮੂੰਹ ਵਗੈਰਾ ਧੋਤਾ, ਉਹਨੂੰ ਪਾਣੀ ਪੂਣੀ ਪਿਆਇਆ। ਉਹ ਮੁੜ ਕੇ ਜੀ ਜਦੋਂ ਥੋੜਾ ਜਿਹਾ ਹੋਸ਼ ਦੇ ਵਿੱਚ ਆਇਆ ਤਾਂ ਉਹਨੂੰ ਇਹੀ ਪੁੱਛਿਆ ਗਿਆ ਜੀ ਵੀ ਤੂੰ ਕਿਉਂ ਇੰਨਾ ਨਸ਼ਾ ਜਿਹੜਾ ਜੀ ਕਰ ਰਿਹਾ, ਕੀ ਰੀਜ਼ਨ ਹੈ ਜੀ। ਸੋ ਉਹਨੇ ਜਿਹੜਾ ਜੀ ਰੀਜ਼ਨ ਇਹ ਦੱਸਿਆ ਜੀ ਕਿ ਉਹ ਐਕਚੁਅਲੀ ਸਿੱਧਾ ਨਾਂ ਲਈ ਗਿਆ ਜੀ ਕਿ ਫਲਾਨੇ ਬੰਦਿਆਂ ਨੇ ਜਿਹੜਾ ਜੀ ਮੈਨੂੰ ਲਾਇਆ। ਉਹ ਇਹ ਕਹੀ ਗਿਆ ਕਿ ਮੇਰਾ ਬੇੜਾ ਗਰਕ ਜਿਹੜਾ ਜੀ ਕਰ ਦਿੱਤਾ ਉਹਨਾਂ ਨੇ, ਮੇਰੇ ਪਰਿਵਾਰ ਦਾ ਬੇੜਾ ਗਰਕ ਜਿਹੜਾ ਜੀ ਉਹ ਹੋ ਗਿਆ। ਵੀਡੀਓ ਵੀ ਇਹਦੀ ਬਣਾਈ ਹੈ, ਪਰ ਵੀਡੀਓ ਇਸ ਕਰਕੇ ਸ਼ੇਅਰ ਨਹੀਂ ਕੀਤੀ ਜਾ ਸਕਦੀ ਜੀ ਕਿ ਉਹ ਇੱਕ ਗੱਲ ਕਰਦਾ ਸੀਗਾ, 4 ਗਾਲਾਂ ਕੱਢਦਾ ਸੀਗਾ ਧੜੇ ਧੜੇ ਦੀਆਂ ਕਿ ਇਹਨਾਂ ਬੰਦਿਆਂ ਨੇ ਮੈਨੂੰ ਨਸ਼ੇ ਦੇ ਉੱਤੇ ਜਿਹੜਾ ਜੀ ਉਹ ਲਾਇਆ। ਜਿਹੜਾ ਬੇਸੁਰਤ ਹੋਇਆ ਪਿਆ ਪਤਾ ਨਹੀਂ ਕਿੰਨੇ ਘੰਟਿਆਂ ਦਾ, ਉਹਨੂੰ ਇਸ ਗੱਲ ਦੀ ਸੁਰਤ ਹੈ ਕਿ ਮੈਨੂੰ ਲਾਇਆ ਕਿਹਨੇ ਆ ਜੀ, ਪਰ ਪਤਾ ਨਹੀਂ ਪੰਜਾਬੀਆਂ ਨੂੰ ਕੀ ਹੋ ਗਿਆ ਜੀ, ਹੌਸਲਾ ਹੀ ਹਾਰ ਗਏ ਪੰਜਾਬੀ ਤਕਰੀਬਨ। ਉਹ ਜਿਸ ਕਰਕੇ ਜਿਹੜਾ ਕਮਜ਼ੋਰ ਹੋ ਜਾਂਦਾ ਬੰਦਾ, ਫਿਰ ਉਹੀ ਨਸ਼ੇ ਦਾ ਸਹਾਰਾ ਲੈਂਦਾ ਨਾ ਜੀ। ਹਾਂ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਹੁਣ ਤੇ ਕਹਿੰਦੇ ਖੂਨ ਦੇ ਵਿੱਚ ਰਚ ਗਿਆ ਆ, ਟਾਈਮ ਲੱਗੂਗਾ ਇਸ ਨੂੰ, ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਹੁੱਡਾ ਜਿੱਤ ਗਿਆ, ਪਾਰਟੀ ਗਈ ਰਗੜੀ, ਗਿਣਤੀ ਕਰਨ ਔਖੀ ਕਾਰੇ ਕਾਲਿਆਂ ਦੀ। ਹੁੱਡਾ ਜਿੱਤ ਗਿਆ, ਪਾਰਟੀ ਗਈ ਰਗੜੀ, ਗਿਣਤੀ ਕਰਨ ਔਖੀ ਕਾਰੇ ਕਾਲਿਆਂ ਦੀ। ਵਾਹਵਾ ਜਨਤਾ ਨੂੰ ਸਿੱਧੂ ਦੇ ਭਾਏ ਭਾਸ਼ਣ, ਬਣ ਗਈ ਬਾਤ ਹੈ ਭਾਜਪਾ ਵਾਲਿਆਂ ਦੀ। ਤਾਣ ਬਾਦਲ ਦਾ ਲੱਗਾ ਨਾ ਰਾਸ ਆਇਆ, ਮੁੜ ਕੇ ਬਣੀ ਨੀ ਬਾਤ ਚਟਾਲਿਆਂ ਦੀ। ਭਜਨ ਲਾਲ ਦਾ ਟੱਬਰ ਗਿਆ ਹੋਰ ਪਿੱਛੇ, ਕੀਮਤ ਪਈ ਨੀ ਰਾਜਸੀ ਚਾਲਿਆਂ ਦੀ। ਮਹਾਰਾਸ਼ਟਰ ਵਿੱਚ ਪਿਆ ਕੜਮੱਸ ਚੋਖਾ, ਹੋ ਕੇ ਆਈ ਨੀ ਸਾਫ਼ ਤਸਵੀਰ ਉਧਰ। ਮਹਾਰਾਸ਼ਟਰ ਵਿੱਚ ਪਿਆ ਕੜਮੱਸ ਚੋਖਾ, ਹੋ ਕੇ ਆਈ ਨੀ ਸਾਫ਼ ਤਸਵੀਰ ਉਧਰ। ਜਿਨ੍ਹਾਂ ਨਾਲ ਗਈ ਆਕੜ ਕੇ ਸਾਂਝ ਤੋੜੀ, ਜੱਫੀਆਂ ਲੱਗੇ ਨਹੀਂ ਪਾਉਣ ਅਖੀਰ ਉਧਰ। ਥੈਂਕ ਯੂ ਜੀ, ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ ਜੀ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।